17 ਦੇ ਅੰਦਰ ਦੇਖੋ ਕੀ ਗਿਵਨ ਆ, one of the most efficient engine ever developed, operated between 2100 Kelvin and 700 Kelvin. ठीक है, its actual efficiency is 40%. What percentage of its maximum possible efficiency is this? Given की है, find out की करना, बोलो कोई है ना? बच्चे आवाज आ रही है? Yes, sir. Yes, sir. वीडियो Yes, sir. वीडियो क्लियर है? Yes, sir. Yes, sir. फिर बस फिर थोड़ा चंगी तरह रिस्पॉन्ड करके, ठीक है? ਉਹਨੇ ਕੁਐਸਚਨ ਆਪਾਂ ਨੂੰ ਜੋ ਗਿਵਨ ਆ ਉਹ ਚੋਂ ਨੇ ਕਿਹਾ ਕਿ ਵੀ ਜਿਹੜਾ ਅੱਜ ਤੱਕ ਦਾ ਸਭ ਤੋਂ ਐਸ ਸੱਚ ਬੈਸਟ ਇੰਜਨ ਅਸੀਂ ਡਿਵੈਲਪ ਕਰ ਪਾਏ ਆ, ਠੀਕ ਹੈ, ਬਿਟਵੀਨ 2100 ਕੈਲਵਿਨ ਐਂਡ 700 ਕੈਲਵਿਨ, ਇਹ ਦੋ ਕੀ ਗਿਵਨ ਨੇ? T1 ਤੇ T2. T1 ਤੇ T2. T1 ਕਿੰਨਾ ਲਵਾਂਗੇ ਤਾਂ T2 ਕਿਹੜਾ? T1 2100 Kelvin and T2 700 Kelvin. ਬਿਲਕੁਲ, ਸੋਰਸ ਹਮੇਸ਼ਾ ਹਾਇਰ ਟੈਂਪਰੇਚਰ ਤੇ ਸਿੰਕ ਹਮੇਸ਼ਾ ਲੋਅਰ ਟੈਂਪਰੇਚਰ ਤੇ, ਠੀਕ ਹੈ। ਇਹਦੇ ਬਾਅਦ T1 ਤੁਹਾਡੇ ਕੁਐਸਚਨ ਦੇ ਅਕੋਰਡਿੰਗਲੀ ਜਿਹੜਾ ਵਾ ਉਹ ਤੁਹਾਨੂੰ ਗਿਵਨ ਹੈਗਾ 2100 ਕੈਲਵਿਨ, ਔਰ ਸਿੰਕ ਦਾ ਟੈਂਪਰੇਚਰ ਗਿਵਨ ਆਪਣੇ ਕੋਲ ਜਿਹੜਾ 700 ਕੈਲਵਿਨ। ਉਸ ਤੋਂ ਬਾਅਦ ਉਹਨੇ ਕਿਹਾ ਇਟਸ ਐਕਚੁਅਲ ਐਫੀਸ਼ੀਐਂਸੀ, ਉਹਦੀ ਐਫੀਸ਼ੀਐਂਸੀ ਗਿਵਨ ਆ, ਇਸ ਹੀਟ ਇੰਜਨ ਦੀ ਮੈਕਸਿਮਮ ਐਫੀਸ਼ੀਐਂਸੀ 40% ਨਿਕਲੀ ਹੈ ਜੀ। ਹੁਣ ਉਹਨੇ ਆਪਣੇ ਯਾਨੀ ਗਿਵਨ ਜਿਹੜੀ ਐਕਚੁਅਲ ਐਫੀਸ਼ੀਐਂਸੀ ਉਹਨੇ ਕਹੀ ਜਿਹੜੀ ਉਹਦੀ 40% ਹੈਗੀ ਆ। what percentage of its maximum possible efficiency is this? ਕੀ ਲੱਭਣਾ ਆਪਾਂ ਕੁਐਸਚਨ ਦੇ ਅੰਦਰ? ਆਪਾਂ ਫਾਈਂਡ ਆਊਟ ਕੀ ਕਰਨਾ ਬੇਟਾ? ਆਪਣੇ ਕੋਲ ਈਟਾ ਵੀ ਗਿਵਨ ਆ, T1 ਵੀ ਗਿਵਨ ਆ, T2 ਵੀ ਗਿਵਨ ਆ। ਫਾਈਂਡ ਆਊਟ ਕੀ ਕਰਨਾ ਆਪਾਂ? Sir, maximum efficiency. ਮੈਕਸਿਮਮ ਐਫੀਸ਼ੀਐਂਸੀ ਉਹ ਕਿੱਦਾਂ ਨਿਕਲੇਗੀ? सक्षम, समीर, समीक्षा। Sir, T1 T2 से T1 T2 ਨਾਲ ਆਪਾਂ ਮੈਕਸਿਮਮ ਐਫੀਸ਼ੀਐਂਸੀ ਕੱਢ ਲਾਂਗੇ। ਉਹਨੇ ਕੈਲਕੂਲੇਟ ਕੀ ਕਰਨ ਨੂੰ ਕਿਹਾ ਵਾ? ਇੱਕ ਧਿਆਨ ਦਿਓ, ਉਹਨੇ ਆਪਣੇ ਕੋਲ ਜੋ ਪੁੱਛਿਆ ਵਾ ਉਹਨੇ ਇਹ ਕਿਹਾ ਬੇਟਾ what percentage of its, ਠੀਕ ਹੈ ਨਾ? ਇਹਦਾ ਮਤਲਬ ਤੁਸੀਂ ਪਰਸੈਂਟੇਜ ਉਹਨੇ ਪੁੱਛੀ ਕਿ ਵੀ ਮੈਕਸਿਮਮ ਐਫੀਸ਼ੀਐਂਸੀ ਆ ਗਿਵਨ ਐਫੀਸ਼ੀਐਂਸੀ ਦਾ ਕਿੰਨੇ ਪਰਸੈਂਟ ਆ। ਇਹਦਾ ਮਤਲਬ ਜੋ ਕੈਲਕੂਲੇਟ ਕਰਨਾ ਆਪਾਂ ਇੱਥੋਂ ਜੋ ਕੱਢ ਸਕਦੇ T1 T2 ਨਾਲ ਆਪਾਂ ਇਹ ਕੱਢ ਸਕਦੇ ਕਿ ਇਸ ਟੈਂਪਰੇਚਰ ਰੇਂਜ ਦੇ ਅੰਦਰ ਜੇ ਕੋਈ ਹੀਟ ਇੰਜਨ ਵਰਕ ਕਰੇ ਹਨਾ, ਉਹ ਆਪਣੀ ਮੈਕਸਿਮਮ ਕਿੰਨੀ ਐਫੀਸ਼ੀਐਂਸੀ ਦਿਖਾ ਸਕਦਾ, ਕਿਉਂਕਿ ਕਾਰਨੋਟ ਸਾਈਕਲ ਦੇ ਅਕੋਰਡਿੰਗਲੀ। ਔਰ ਜਿਹੜੀ ਗਿਵਨ ਆ ਇਹ ਐਕਚੁਅਲ ਆ, ਯਾਨੀ ਇਹ ਰੀਅਲ ਹੀਟ ਇੰਜਨ ਦੀ ਐਫੀਸ਼ੀਐਂਸੀ ਆ। ਤੇ ਜੇ ਸਟੇਟਮੈਂਟ ਵਾਈਜ਼ ਚੱਲੀਏ ਤੇ ਕਾਰਨੋਟ ਨੇ ਕਿਹਾ ਸੀਗਾ, ਕਾਰਨੋਟ ਨੇ ਆਪਣਾ ਕਾਰਨੋਟ ਸਾਈਕਲ ਜਿਹੜਾ ਐਕਸਪਲੇਨ ਕੀਤਾ ਉਹ ਚ ਉਹਨੇ ਕਿਹਾ ਸੀ ਜੇ ਇਸ ਸਾਈਕਲਿਕ ਮੈਨਰ ਦੇ ਅਕੋਰਡਿੰਗਲੀ ਕੋਈ ਹੀਟ ਇੰਜਨ ਵਰਕ ਕਰਦਾ ਤੇ ਉਹਦੀ ਐਫੀਸ਼ੀਐਂਸੀ ਮੈਕਸਿਮਮ ਆਂਦੀ ਹੈ। ਕਿ ਆ ਲਾਈਨ ਸਮਝ ਲੱਗਦੀ ਪਈ? Yes, sir. Yes, sir. Yes, sir. ਕਾਰਨੋਟ ਹੀਟ ਇੰਜਨ ਦੀ ਐਫੀਸ਼ੀਐਂਸੀ ਮੈਕਸਿਮਮ ਹੁੰਦੀ ਆ। ਔਰ ਆ ਰੀਅਲ ਹੀਟ ਇੰਜਨ, ਕਾਰਨੋਟ ਹੀਟ ਇੰਜਨ ਇੱਕ ਆਈਡੀਅਲ ਹੀਟ ਇੰਜਨ ਆ ਜਿਹਦੇ ਅੰਦਰ ਐਫੀਸ਼ੀਐਂਸੀ ਮੈਕਸਿਮਮ ਆਂਦੀ। ਔਰ ਜਿਹੜਾ ਪ੍ਰੈਕਟੀਕਲ ਹੀਟ ਇੰਜਨ ਆ ਉਹਦੀ ਐਫੀਸ਼ੀਐਂਸੀ ਸਾਡੇ ਕੋਲ ਗਿਵਨ ਆ। ਇਹਦਾ ਮਤਲਬ ਇਸ ਟੈਂਪਰੇਚਰ ਰੇਂਜ ਨਾ ਅਸੀਂ ਕਾਰਨੋਟ ਹੀਟ ਇੰਜਨ ਦੀ ਐਫੀਸ਼ੀਐਂਸੀ ਮੈਕਸਿਮਮ ਵਾਲੀ ਕੱਢ ਲਈਏ। ਫਿਰ ਉਹਨੇ ਪੁੱਛਿਆ ਇਹ ਆ ਕਿ ਵੀ ਆਪਣੇ ਕੋਲ ਜਿਹੜੀ ਗਿਵਨ ਆ ਮੀਨ ਜਿਹੜੀ ਐਕਚੁਅਲ ਐਫੀਸ਼ੀਐਂਸੀ ਆ ਤੇ ਜਿਹੜੀ ਮੈਕਸਿਮਮ ਐਫੀਸ਼ੀਐਂਸੀ ਆਪਣੇ ਕੋਲ ਕੈਲਕੂਲੇਟ ਹੋਏਗੀ ਹਨਾ, ਇਹ ਆਪਸ ਦੇ ਵਿੱਚ ਕਹਿੰਦਾ ਜੀ ਕਿੰਨੇ ਪਰਸੈਂਟ ਬਣਦੀ। ਮੀਨ ਉਹਦੀ ਫ੍ਰੈਕਸ਼ਨ ਕੱਢ ਦਿਓ, ਉਹਦੀ ਰੇਸ਼ੋ ਕੱਢ ਲਓ ਤੇ ਸਾਨੂੰ ਇਹ ਪਤਾ ਲੱਗ ਜਾਏਗਾ ਕਿ ਸਾਡੀ ਗਿਵਨ ਐਫੀਸ਼ੀਐਂਸੀ ਮੈਕਸਿਮਮ ਐਫੀਸ਼ੀਐਂਸੀ ਦਾ ਕਿੰਨੇ ਪਰਸੈਂਟ ਹੈਗੀ ਹੈ। ਕਿ ਆ ਗੱਲ ਸਮਝ ਲੱਗੀ? Yes, sir. Yes, ਸੋ sir. ਇਹਦੇ ਵਿੱਚ ਪਹਿਲੋਂ ਜਿਹੜਾ ਵੇਰੀਏਬਲ ਕੱਢਣਾ ਪਏਗਾ ਉਹ ਇਸ ਹੀਟ ਇੰਜਨ ਦੀ ਮੈਕਸਿਮਮ ਐਫੀਸ਼ੀਐਂਸੀ ਆ। ਮੈਕਸਿਮਮ ਐਫੀਸ਼ੀਐਂਸੀ ਕੱਢ ਕੇ ਜੋ ਤੁਸੀਂ ਕੱਢਣਾ ਵਾ ਉਹ ਇਹ ਦੱਸਣਾ ਕਿ ਆਹ ਵਾਲੀ ਐਫੀਸ਼ੀਐਂਸੀ ਇਸ ਮੈਕਸਿਮਮ ਦਾ ਕਿੰਨਾ ਫ੍ਰੈਕਸ਼ਨ। ਇਹਦਾ ਮਤਲਬ ਜਿਹੜਾ ਸੈਕੰਡ ਵੇਰੀਏਬਲ ਕੁਐਸਚਨ ਚ ਉਹਨੇ ਪੁੱਛਿਆ ਉਹ ਆ ਹੋਏਗਾ ਕਿ ਜਿਹੜੀ ਐਫੀਸ਼ੀਐਂਸੀ ਐਕਚੁਅਲ ਆ ਤੇ ਜਿਹੜੀ ਮੈਕਸਿਮਮ ਆ ਇਹ ਮੈਕਸਿਮਮ ਦਾ ਕਿੰਨੇ ਪਰਸੈਂਟ ਬਣਦੀ ਹੈ। ਤੇ ਇਹਦੀ ਪਰਸੈਂਟ ਕੱਢਣ ਲਈ ਪਹਿਲਾਂ ਫ੍ਰੈਕਸ਼ਨ ਕੱਢ ਦਾਂਗੇ ਇਨਟੂ 100% ਕਰ ਲਓ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿੰਨੇ ਪਰਸੈਂਟ ਆਈ। ਔਰ ਇਸ ਸਾਰੀ ਚੀਜ਼ ਨੂੰ ਕੈਲਕੂਲੇਟ ਕਰਨ ਲਈ ਮੇਨ ਇੱਕੋ ਹੀ ਵੇਰੀਏਬਲ ਚਾਹੀਦਾ ਐਂਡ ਦੈਟਸ ਦਾ ਈਟਾ ਮੈਕਸ। ਔਰ ਈਟਾ ਮੈਕਸ ਵਾਸਤੇ ਆਪਣੇ ਕੋਲ ਫਾਰਮੂਲਾ ਹੈਗਾ
ईटा मैक्स वास्ते अपना 1 minus T2 minus T1. 1 minus T2 by T1 ठीक है जी। ਇਹਦੇ ਵੇਰੀਏਬਲ ਆਪਾਂ ਲੈ ਲਈਏ ਤੇ ਆਪਣੇ ਕੋਲ ਆ ਗਿਆ ਜੀ SH 1 minus 700 by 2100 ठीक है जी। आ सॉल्व कर लो 1 minus 1 by 3 1 minus 1 by 3 ਦਾ ਮਤਲਬ ਆ ਗਿਆ 2 by 3 ठीक है। ਆਪਣੇ ਕੋਲ SH ਕਹਿੰਦਾ ਜੀ 2 by 3 ਆ ਗਿਆ ਔਰ ਇਹਨੂੰ SH 100% ਦੇ ਨਾਲ ਮਲਟੀਪਲਾਈ ਕਰ ਦਈਏ ਤੇ ਆਲਮੋਸਟ 66% ਬਣ ਜਾਂਦੀ ਹੈ ਵੈਲਿਊ ठीक है। 2/3 ਨੂੰ ਸੋਲਵ ਕਰੀਏ ਇਹ ਨਹੀਂ ਬਣੀ ਨਾ हाँ yes sir 66.6% क्योंकि फ्रैक्शन SH ही जाई जानी आ मेरी फिर मैक्सिमम एफिशिएंसी आ ਇਹਦਾ ਮਤਲਬ ਮੈਕਸਿਮਮ ਐਫੀਸ਼ੀਐਂਸੀ ਵੀ 100% ਨਹੀਂ ਹੁੰਦੀ ਠੀਕ ਹੈ। ਕਾਰਨੋਟ ਹੀਟ ਇੰਜਨ ਦੇ ਅਕੋਰਡਿੰਗਲੀ ਵੀ ਜੇ ਅਸੀਂ ਮੈਕਸਿਮਮ ਕੱਢੀਏ ਤਾਂ 66.6% ਆ ਤੇ ਜਿਹੜਾ ਫ੍ਰੈਕਸ਼ਨ ਤੁਸੀਂ ਕੱਢਦੇ ਪਏ ਐਕਚੁਅਲ ਬਾਈ ਕਹਿੰਦਾ ਜੀ ਮੈਕਸਿਮਮ ਦਾ ਇਹਦੀ ਵੈਲਿਊ ਕੱਢ ਦਿਓ देयरफॉर ਆਪਣੇ ਕੋਲ ਜਿਹੜੀ ਐਕਚੁਅਲ ਆਪਣੀ ਐਫੀਸ਼ੀਐਂਸੀ ਗਿਵਨ ਆ ਉਹ ਆਪਣੇ ਕੋਲ ਗਿਵਨ ਆ ਜੀ 40 ਐਕਚੁਅਲ ਬਾਈ ਮੈਕਸਿਮਮ ਇਹ ਆਪਣੇ ਕੋਲ ਗਿਵਨ ਆ 40 ਔਰ ਜਿਹੜੀ ਇਧਰੋਂ ਆਈ ਉਹ ਆਪਣੇ ਕੋਲ ਆ ਗਈ ਜੀ 66% ਦੋਨਾਂ ਨਾਲ ਲੱਗਿਆ ਹੋਇਆ ਵਾ ਇਸ ਲਈ ਉਹ ਐਸਾ ਸੋਲਵ ਕਰ ਲਓ ਆ ਰੇਸ਼ੋ ਕੱਢ ਦਿਓ ਬੇਟਾ ਕਿ ਆਪਣੀ ਇਸ ਮੂਵਮੈਂਟ ਤੇ ਵੈਲਿਊ ਜਿਹੜੀ ਆ ਉਹ ਮੈਕਸਿਮਮ ਦਾ ਪਰਸੈਂਟ ਆ ਜਾਏਗਾ ਕਿੰਨੀ ਹੈਗੀ ਆ क्या स्टेटमेंट वाइज क्या कैलकुलेट करना वो वर्ड्स क्लियर हुए yes sir Yes, sir. Yes, sir. ਕਿਸੇ ਨੂੰ ਸਟੇਟਮੈਂਟ ਵਾਈਜ਼ ਜੇ ਕੋਈ ਡਾਊਟ ਹੈਗਾ ਠੀਕ ਹੈ ਕਿ ਸਟੇਟਮੈਂਟ ਕਿਆ ਸੀ ਔਰ ਉਹਦੇ ਅਕੋਰਡਿੰਗਲੀ ਆਪਾਂ ਜੋ ਕੈਲਕੂਲੇਟ ਕਰ ਰਹੇ ਹਾਂ ਜੇ ਚ ਕੋਈ ਡਾਊਟ ਆ ਤਾਂ ਇੱਕ ਵਾਰੀ ਜ਼ਰੂਰ ਦੱਸੋ ਪਹਿਲਾਂ ਕਿਆ ਉਹਨਾਂ ਕਲੀਅਰ ਹੈ ਸਾਰਿਆਂ ਨੂੰ ਬੇਟੇ Yes, sir. Yes, sir. ਚਲ 18 ਦੀ ਸਟੇਟਮੈਂਟ ਜਲਦੀ ਜਲਦੀ ਪੜੋ ਚਲੋ ਇਦਾਂ ਕਰੋ ਜਲਦੀ ਜਲਦੀ ਸੋਲਵ ਕਰੋ 18 ਸੌਖਾ ਹੀ ਹੈ ਜਲਦੀ ਜਲਦੀ ਸੋਲਵ ਕਰੋਗੇ ਸਾਰਿਆਂ ਨੇ कैमरा ऑन कर लो नेक्स्ट न्यूमेरिकल अपने को हैगा 18 a Carnot engine absorb 500 joule of heat from reservoir at 227 degrees Celsius and reject 300 joule of heat during each cycle reservoir चो जेडी heat लेती है बेटा वो मेरे को 500 joule है reservoir चो ਆਪਾਂ heat केडी लेने हैं Q1. Q1 ठीक है Q1 अपने को 500 आ और रेजरवायर ਦਾ ਟੈਂਪਰੇਚਰ ਹਮੇਸ਼ਾ ਹਾਇਰ ਹੁੰਦਾ ਸੋਰਸ ਆ ठीक है ਉਹਦਾ ਟੈਂਪਰੇਚਰ ਮਲ T1 ਬਣਿਆ 227 ਡਿਗਰੀ ਸੋ ਐਸਾ ਜ ਆਪਣੇ ਇਸ 18th ਨੂਮੈਰੀਕਲ ਦੇ ਅਕੋਰਡਿੰਗਲੀ ਆਪਣਾ ਵੇਰੀਏਬਲ ਫਰਸਟ ਜਿਹੜਾ ਗਿਵਨ ਆ ਉਹ Q1 ਹੈਗਾ Q1 500 ਜੂਲ ਆ और T1 अपने को ਜਿਹੜਾ 227 डिग्री सेल्सियस आ ठीक है केल्विन ਚ चेंज कर ਲਾਂਗੇ केल्विन ਚ चेंज करिए तो अपने को बन गया जी 500 केल्विन ठीक है उस तो बाद उन्हें अपने क्वेश्चन च किया वा एंड रिजेक्ट 300 जूल ऑफ हीट ड्यूरिंग ईच साइकिल एक हीट इंजन दे कंप्लीट साइकिल दे अंदर जिन्नी हीट वो रिजेक्ट करदा ये Q2 होएगी Yes, sir. ਜਿਹੜੀ ਹੀਟ ਉਹਨੇ ਰਿਜੈਕਟ ਕਰਨੀ ਆ ਉਹ ਸਿੰਕ ਨੂੰ ਜਾਣੀ ਆ ਤੇ ਸਿੰਕ ਨੂੰ ਜਿਹੜੀ ਹੀਟ ਜਾਂਦੀ ਆ ਉਹ ਸਾਡਾ SH Q2 ਬਣ ਜਾਂਦੀ ਤੇ Q2 ਆਪਣੇ ਕੋਲ ਗਿਵਨ ਹੈ 300 ਜੂਲ ਤੇ ਜੇ ਇਤੋਂ ਆਪਾਂ ਕੈਲਕੂਲੇਟ ਕਰੀਏ ਜਾਂ ਦਿਮਾਗ ਲਗਾ ਲਈਏ ਪਹਿਲਾਂ ਹੀ ਕਿ ਵੀ 500 ਸੋਰਸ ਤੋਂ ਲਿੱਤੀ ਸੀ 300 ਵੇਸਟ ਹੋਈ ਆ ਇਹ ਮੈਂ ਨੈਟ 200 ਜੂਲ ਹੀਟ ਸਾਡੀ ਜਿਹੜੀ ਆ ਉਹ ਮਕੈਨੀਕਲ ਵਰਕ ਚ ਕਨਵਰਟ ਹੋਏਗੀ ਕਿ ਆ ਲਾਈਨ ਸਮਝ ਲੱਗੀ yes sir ਅਸੀਂ ਮਕੈਨੀਕਲ ਵਰਕ ਕੱਢਣਾ ਹੋਵੇ ਨਾ ਮਕੈਨੀਕਲ ਵਰਕ ਅਸੀਂ ਲਿਖਦੇ Q1 Q2 सोर्स तो लित्ती किन्नी ਉਹਦੇ ਚੋਂ ਵੇਸਟ ਕਿੰਨੀ ਹੋਗੀ ਡਿਫਰੈਂਸ ਕੱਢ ਦੋ ਬਾਕੀ ਸਾਡਾ ਮਕੈਨੀਕਲ ਵਰਕ ਹੁੰਦਾ ਤੇ ਇਹਦੇ ਨਾਲ ਮਕੈਨੀਕਲ ਵਰਕ ਸਾਡਾ 200 ਜੂਲ ਬਣ ਜੂ yes sir Yes, sir. ਚਲ ਹੁਣ ਉਹਨੇ ਕੁਐਸਚਨ ਦੇ ਅੰਦਰ ਆਪਣੇ ਕੋਲ ਕੀ ਕਿਹਾ ਇੱਕ ਤਾਂ ਸਿੰਕ ਦਾ ਟੈਂਪਰੇਚਰ ਕੱਢ ਦੋ ਇਮਲਿਕ ਆਪਾਂ T2 ਫਾਈਂਡ ਆਊਟ ਕਰਨਾ ਵਾ ਠੀਕ ਹੈ ਜੀ ਸੈਕੰਡ ਐਫੀਸ਼ੀਐਂਸੀ ਆਫ ਇੰਜਨ ਆ ਗਈ ਠੀਕ ਹੈ और थर्ड ਤੁਹਾਡੇ ਕੋਲ ਅਮਾਉਂਟ ਲਾਸਟ ਵਾਲਾ ਪਾਰਟ ਤਾਂ ਹੋ ਹੀ ਗਿਆ ਨਾ ਆਪਣਾ ਅਮਾਉਂਟ ਆਫ ਯੂਜ਼ਫੁਲ ਵਰਕ ਤੇ ਇੱਥੇ ਹੀ ਆ ਗਏ ਇਹ ਕੱਲ ਸੇਮ ਕੀਤਾ ਹੋਇਆ ਆਪਾਂ ਇਹਦੇ ਨਾਲ ਦਾ ਤੇ ਜੇ ਈਟਾ ਕੱਢਣਾ ਬੇਟਾ ਈਟਾ ਦੀ ਡੈਫੀਨੇਸ਼ਨ ਇੱਥੇ ਅਪਲਾਈ ਕਰ ਦਈਏ ਤਾਂ ਆਪਣੇ ਕੋਲ ਈਟਾ ਸੀਗਾ ਡੈਫੀਨੇਸ਼ਨ ਬੋਲੇਗਾ ਈਟਾ ਦੀ ਕੋਈ ਫਾਰਮੂਲਾ 1 minus T2 by 1 T1. minus T2 by T1. बेटे 1 minus T2 by T1 मैं ता ला पाऊंगा ना जे मेरे को T2 T1 दोनों मेरे को तो T1 है T2 तो अपन वैसे ही कैलकुलेट करना इमल 1 Sir, minus सर Q2 पहले by T2 Q1 निकाल लें सर T2 निकाल सकते हैं मतलब
ਬੇਸ਼ੱਕ ਆਪਣੇ ਕੋਲ ਕੀ ਆ Q1 ਵੀ ਹੈਗਾ, Q2 ਵੀ ਹੈਗਾ, T1 ਵੀ ਹੈਗਾ, ਇਥੋਂ T2 ਨਿਕਲ ਆਉ। Yes. Yes, Yes, sir. sir. Yes, sir. ਅਦਰਵਾਈਜ਼ ਐਫੀਸ਼ੀਐਂਸੀ ਦਾ ਜਨਰਲ ਫਾਰਮੂਲਾ ਆਪਾਂ ਕਾਫੀ ਕੀਤਾ, ਅਮਾਉਂਟ ਆਫ ਮਕੈਨੀਕਲ ਵਰਕ ਓਵਰ ਇਨਪੁਟ ਹੀਟ એનર્ਜੀ। ਆਪਣਾ ਮਕੈਨੀਕਲ ਵਰਕ ਆਪਾਂ ਕੱਢ ਲਿਆ ਹਨਾ, ਤੇ ਹੀਟ એનર્ਜੀ ਆਪਣੀ ਗਿਵਨ ਆ ਜਿਹੜੀ ਆਪਣੇ ਕੋਲ 200 ਬਾਈ 500 into 100%, यानी आ अपने को 200 बाय कितना बन गया जी, आगे 200 बाय 5 है ना, ये मतलब 40% अपनी जड़ी वो एफिशिएंसी आ जाए। ठीक है, ते इदां ही अपना जड़ा वा वो कैलकुलेट कर लो Q2 बाय Q1, ठीक है, Q2 बाय Q1 इक्वल टू T2 बाय T1। आ अप्लाई करके अपन T2 कैलकुलेट कर लांगे T1 into Q2 बाय Q1। ਇਹਦੇ ਵੇਰੀਏਬਲ ਆਪਣੇ ਸਾਰੇ ਹੈਗੇ, ਆਪਣਾ ਇਥੋਂ T2 ਵੀ ਆ ਜਾਏਗਾ। क्या ਤਿੰਨੇ ਦੇ ਤਿੰਨੇ ਪਾਰਟ ਕਲੀਅਰ ਆ? Yes, sir. Yes, sir. Yes, sir. Yes, sir. ਗੁਰਲੀਨ ਕਲੀਅਰ ਆ? ਗੁਰਲੀਨ ਹੈਗੀ ਏ? हाँ जी सर। चलो 20th न्यूमेरिकल पे पढ़ ला जल्दी जल्दी, नहीं 19th है ना, हाँ 19 given a Carnot heat engine whose heat sink is at 27 degrees Celsius has an efficiency of 40%। दो वेरिएबल आ गए, हीट सिंक का टेंपरेचर, हीट सिंक का टेंपरेचर का वेरिएबल क्या बेटा? वो बच्चे हीट सिंक इज एट 27 डिग्री सेल्सियस, केड़ा वेरिएबल? T2. T2 27 डिग्री सेल्सियस गिवन ना, ठीक है, कितना बन गया? कोई कितना बन गया? 300 Kelvin. 300 Kelvin। दस दिया करो, ਤੁਹਾਨੂੰ कैलकुलेशन आंदी जल्दी जल्दी। चल has an efficiency of 40%, इस हीट इंजन दी एफिशिएंसी ਜਿਹੜੀ ਆ ਉਹ 40% गिवन ਆ। ਉਸ ਤੋਂ ਅੱਗੇ ਉਹਨੇ ਕਿਹਾ ਜੀ ਬਾਈ ਹਾਊ ਮੈਨੀ ਡਿਗਰੀ ਟੈਂਪਰੇਚਰ ਆਫ ਸਿੰਕ ਬੀ ਚੇਂਜ। ਓਕੇ, ਅੱਛਾ ਕੱਲ ਵਾਲੇ ਦੇ ਨਾਲ ਦਾ ਹੀ ਨੂਮੈਰੀਕਲ ਆ, ਕੱਲ ਆਪਾਂ ਇਹਦੇ ਨਾਲ ਦਾ ਕੀਤਾ ਸੀਗਾ, ਉਹਦੇ ਨਾਲ ਦਾ ਵਾ ਉਹ ਚ ਸੋਰਸ ਦੇ ਟੈਂਪਰੇਚਰ ਦੀ ਚੇਂਜ ਸੀਗੀ, ਇਹ ਚ ਸਿੰਕ ਆ ਬੇਟਾ। ਜੀਵਨ by how many degree should the temperature of sink be changed to increase the efficiency by 10% of original? ਗੱਲ ਸਮਝ ਲੱਗੀ ਬੇਟਾ? ਕੱਲ ਆਪਾਂ ਕੀਤਾ ਪੁੱਤ ਇਹਦੇ ਨਾਲ ਦਾ ਨੂਮੈਰੀਕਲ, η1 ਗਿਵਨ ਆ, η2 ਕਿੰਨਾ ਕਿਹਾ ਜੀ ਉਹਨੇ, ਬੋਲੋ ਕੋਈ ਆ ਨਾ? ਓਏ ਬੱਚੇ η2 ਕਿੰਨਾ ਬਣਿਆ? 4%. ਹਾਂਜੀ 44 44। ਕੱਲ ਕੀਤਾ ਸੀ ਨਾਲ ਦਾ ਇਹਦਾ ਨੂਮੈਰੀਕਲ ਆਪਾਂ। yes sir। Yes, sir. ਸਾਜਨ ਜੀ ਕਲੀਅਰ ਆ? Yes, sir. ਮੈਨੂੰ ਕਾਲ ਕਰਨੀ ਆ ਸਾਜਨ, ਤੂੰ ਯਾਦ ਨਾ। Okay, sir. ਟੈਸਟ ਦੇ ਰਿਗਾਰਡਿੰਗ ਗੱਲ ਕਰਨੀ ਆ ਆਪਾਂ ਕੋਈ। Yes, sir. ਪਾਰਥ, ਪਾਰਥ हाँ जी सर। ਆਪਾਂ ਨੂੰ η2 ਕਿੰਨਾ ਗਿਵਨ ਆ ਪਤਾ? पार्थ पता बेटे? सर रिपीट करिए ओके। ਪੁੱਤ ਸੁਣ ਬੱਚੇ, ਕਿੱਥੇ ਜਾ ਕੇ ਬੈਠਾ ਮੈਂ ਜਿਹੜਾ ਤੈਨੂੰ ਆਵਾਜ਼ ਨਹੀਂ ਸੁਣ ਰਹੀ। ਉਹਨੇ ਆਪਾਂ ਨੂੰ ਇਹ ਕਿਹਾ ਵਾ ਕਿ ਵੀ ਤੁਹਾਡੇ ਕੋਲ ਐਸਐਚ ਕਹਿੰਦਾ ਜੀ ਹਾਊ ਮੈਨੀ ਡਿਗਰੀ ਸ਼ੁੱਡ ਦਾ ਟੈਂਪਰੇਚਰ ਆਫ ਅ ਸਿੰਕ ਬੀ ਚੇਂਜ। ਠੀਕ ਹੈ ਪੁੱਤ, ਕੰਟੀਨਿਊਟੀ ਚ ਫਿਲਮ ਨਾ ਦੇਖੋ, ਠੀਕ ਹੈ ਜੀ, ਦਿਮਾਗ ਲਗਾ ਕੇ ਨਾਲ ਨਾਲ ਕਰੋ ਬੇਟਾ। ਉਹਨੇ ਤੁਹਾਨੂੰ ਇਹ ਕਿਹਾ ਵਾ ਕਿ ਵੀ ਆਪਾਂ ਐਸਐਚ ਕਿੰਨੇ ਡਿਗਰੀ ਸਿੰਕ ਦਾ ਟੈਂਪਰੇਚਰ ਚੇਂਜ ਕਰੀਏ। ਪਹਿਲੋ ਸਿੰਕ ਦਾ ਟੈਂਪਰੇਚਰ ਮੇਰੇ ਕੋਲ 300 ਕੈਲਵਿਨ ਗਿਵਨ ਆ, ਇਹਦਾ ਮਤਲਬ ਨਵਾਂ ਸਿੰਕ ਦਾ ਟੈਂਪਰੇਚਰ ਇੱਕ ਹੋਰ ਲੱਭਣਾ ਵਾ, ਜਿਹੜਾ ਨਵਾਂ ਆਜੂ ਤੇ ਜਿਹੜਾ ਪਹਿਲੋਂ ਤੋਂ ਗਿਵਨ ਆ। ਅਸੀਂ ਇਹਨਾਂ ਦੋ ਦਾ ਡਿਫਰੈਂਸ ਲੱਭਣਾ ਕਿੰਨਾ ਹੋਏ, ਕਿਸ ਪਰਪਸ ਵਾਸਤੇ? ਉਹ ਕਹਿੰਦਾ ਤਾਂ ਕਿ ਜਿਹੜੀ ਐਫੀਸ਼ੀਐਂਸੀ ਹੀਟ ਉਹਦੀ ਹੈਗੀ ਹੀਟ ਇੰਜਨ ਦੀ, ਉਹ ਤੁਹਾਡੇ ਕੋਲ 10% ਐਫੀਸ਼ੀਐਂਸੀ ਓਰੀਜਨਲ ਨਾਲੋਂ ਹੋਰ ਵੱਧ ਜਾਵੇ। ਓਰੀਜਨਲ ਐਫੀਸ਼ੀਐਂਸੀ ਮੇਰੀ 40% ਗਿਵਨ ਆ ਤੇ ਨਵੀਂ ਐਫੀਸ਼ੀਐਂਸੀ 40% ਜਿੰਨੀ ਹੈਗੀ ਉਹ ਤਾਂ ਹੋਏਗੀ ਪਲੱਸ 10% ਆਫ 40%। ਇਸ 40% ਦਾ 10% ਹੋਰ ਵੱਧ ਜਾਵੇ। ਇਹਦਾ ਮਤਲਬ ਜੇ ਨਵੀਂ ਐਫੀਸ਼ੀਐਂਸੀ ਕੱਢੀ, ਕੱਲ ਮੈਂ ਬਾਰ-ਬਾਰ ਕਹਿ ਰਿਹਾ, ਕੱਲ ਸੇਮ ਇਹਦਾ ਰਿਲੇਟ ਆਪਾਂ ਕਰਕੇ ਨੂਮੈਰੀਕਲ ਕੀਤਾ ਹੋਇਆ। ਇਤੋਂ ਜੇ ਕੱਢੀਏ ਤੇ 40 ਦਾ 10% ਜਿਹੜਾ ਉਹ 4 ਆਣਾ। ਇਹਦਾ ਮਤਲਬ ਨਵੀਂ ਐਫੀਸ਼ੀਐਂਸੀ ਜਿਹੜੀ ਆ ਉਹ ਸਾਨੂੰ ਕਹਿ ਰਿਹਾ ਜੀ ਐਸਐਚ 44% ਬਣ ਜਾਵੇ।
गल समझ लगी पार्थ? हाँ जी इन्ना क्लियर है जी सारिਆਂ ਨੂੰ? Yes, sir. Yes, sir. ਦੋਨਾਂ ਦੇ ਦੋਨਾਂ ਹੀਟ ਇੰਜਨ ਚ ਕਾਮਨ ਚੀਜ਼ ਕੀ ਹੈਗੀ ਆ? T1 ਬਿਲਕੁਲ। ਸੋਰਸ ਦਾ ਟੈਂਪਰੇਚਰ ਉਹਨੇ ਕੁਐਸਚਨ ਚ ਕਿਤੇ ਨਹੀਂ ਕੰਸੀਡਰ ਕੀਤਾ, ਮਤਲਬ ਸੋਰਸ ਟੈਂਪਰੇਚਰ ਦੋਨਾਂ ਕੇਸਿਸ ਦੇ ਅੰਦਰ ਉਹ ਸੇਮ ਆ ਬੇਟਾ। ਇਹਦਾ ਮਤਲਬ ਆਪਣੇ ਕੋਲ T1 ਤੇ T1 ਡੈਸ਼ ਜਿਹੜਾ ਆਏਗਾ ਇਹ ਦੋਨੋਂ ਵਾਰੀ ਮੇਰਾ ਸੇਮ ਵੇਰੀਏਬਲ ਆ, ਇਹ ਚ ਕੋਈ ਨਹੀਂ ਆਪਣੇ ਕੋਲ ਚੇਂਜ ਹੋਣੀ। ਠੀਕ ਹੈ, ਦੋਨਾਂ ਨੂੰ ਕਾਮਨ ਵੇਰੀਏਬਲ ਕੋਈ ਇੱਕ T1 ਲੈ ਕੇ ਚੱਲ ਪੋ। देयरफॉर ਆਪਾਂ ਦੋ ਫਾਰਮੂਲੇ ਲਾਣੇ, ਇੱਕ ਵਾਰੀ ਲੱਗ ਜਾਏਗਾ 1 - T2 / T1 और एक बारी eta2 वास्ते लग जाएगा 1 - T2 डैश / T1। ठीक है, T1 दोनों बारी मेरा सेम ही रहना, T1 के अंदर कोई चेंज नहीं आनी। ਇਹਦੇ ਵਿੱਚ eta1 ਦਿੱਤਾ, T2 ਦਿੱਤਾ, ਇਥੋਂ T1 ਕੱਢੋ, ਇਹ ਚ eta2 ਦਿੱਤਾ, T1 ਆਪਣੇ ਕੋਲ ਇਥੋਂ ਨਿਕਲ ਆਇਆ। ਠੀਕ ਹੈ ਜੀ, ਉਹਨੂੰ ਇੱਥੇ ਯੂਜ਼ ਕਰ ਲਓ, T2 ਡੈਸ਼ ਨਿਕਲ ਆਏਗਾ। Yes Yes, sir. Yes sir वो तो कैलकुलेशन कर लूंगे क्योंकि ये कल किया होया वा, इसलिए ते अगे टाइम नहीं ला रहा। हो जाऊगा? Yes sir Yes, sir. Yes sir चलो Yes sir न्यूमेरिकल अ कार्नोट इंजन थोड़ा आप कर लिए एक दो और जल्दी जल्दी। A Carnot engine taken heat from a reservoir of a heat at 427 degrees Celsius and gives out a heat to the sink at 77 degrees Celsius. How many calorie of a heat must it take? ਇਹਦਾ ਮਤਲਬ ਹੈ ਹੀਟ એનર્ਜੀ ਜਾਊਲ ਚ ਨਹੀਂ ਕੱਢਣੀ, ਲਾਸਟ ਆ ਕੇ ਹੀਟ એનર્ਜੀ ਕੈਲਰੀ ਚ ਕੱਢਣੀ ਆਪਾਂ। ਠੀਕ ਹੈ, ਹੁਣ ਕਿਹਾ how many calorie of a heat must it take from the reservoir? ਆਪਾਂ reservoir ਚੋਂ ਜਿਹੜੀ ਹੀਟ ਲੈਣੇ ਆ ਉਹਦਾ ਸਿੰਬਲ Q1. Q1। Q1 ਤੁਸੀਂ Q1 ਕੈਲਕੂਲੇਟ ਕਰਨਾ ਔਰ Q1 ਕੈਲਰੀ ਚ ਕੱਢ ਦੇਣਾ ਲਾਸਟ ਆ ਕੇ। How many calorie of a heat must it taken from the reservoir in order to produce the useful mechanical work at the rate of 357 watt? Watt ਕਿਹਦਾ ਯੂਨਿਟ ਆ? Power. ਪਾਵਰ। ਤੇ ਉਹਨੇ ਦਿੱਤੀ ਆਪਣੇ ਕੋਲ ਪਾਵਰ ਆ, ਤੇ ਕਿਹਾ ਉਹਨੇ ਉਹਨੂੰ ਯੂਸਫੁਲ ਵਰਕ ਡਨ। ਕੀ ਮਤਲਬ ਹੋਏਗਾ? बोलेगा कोई है ना? हाँ जी, वेरिएबल लिखो चलो पहलो, फिर करते हैं पहले। उन्हें क्या जी कार्नोट इंजन, ठीक है, जिहदा रेजरवायर जिहड़ा वा वो एसएच 427 डिग्री सेल्सियस ते आ। केवल सोर्स दा टेंपरेचर उन्हें आपां नूं किहा वा 427 डिग्री सेल्सियस। ठीक है, ते अपने कोले बन गया जी 400 यानी 700 केल्विन आ जाओ। Yes, sir. चलो, ਤੇ ਉਸ ਤੋਂ ਬਾਅਦ ਉਹਨੇ ਆਪਣੇ ਕੁਐਸਚਨ 'ਚ ਆਪਾਂ ਨੂੰ ਕੀ ਕਿਹਾ, ਕਹਿੰਦਾ ਜੀ ਐਂਡ ਗਿਵ ਆਊਟ ਅ ਹੀਟ ਟੂ ਦਾ ਸਿੰਕ ਐਟ 77 ਡਿਗਰੀ। ਯਾਨੀ ਆਪਣੇ ਕੋਲ ਜਿਹੜਾ ਸਿੰਕ ਹੈਗਾ ਉਹਦਾ ਟੈਂਪਰੇਚਰ 77 ਡਿਗਰੀ ਸੈਲਸੀਅਸ ਆ। ਠੀਕ ਹੈ, ਪਲੱਸ 273 ਕਿੰਨਾ ਬਣ ਗਿਆ ਜੀ? 350. 350. ਇਹ ਮਤਲਬ ਆਪਣੇ ਕੋਲ ਜਿਹੜਾ ਸੈਕਿੰਡ ਟੈਂਪਰੇਚਰ ਆ ਗਿਆ ਉਹ 350 ਕੈਲਵਿਨ ਆ ਗਿਆ। T1 ਤੇ T2 ਗਿਵਨ ਹੋ ਗਿਆ। ਹੁਣ ਉਹਨੇ ਕਿਹਾ ਇਹ ਹੈ ਕਿ ਵੀ ਬਾਈ ਕਿੱਥੇ ਗਿਆ? ਹਾਂ, ਹਾਊ ਮੈਨੀ ਕੈਲਰੀ ਆਫ ਹੀਟ ਮਸਟ ਇਟ ਟੇਕ ਫਰੋਮ ਰੈਜ਼ਰਵਾਇਰ। ਉਹ ਤੇ ਰੈਜ਼ਰਵਾਇਰ ਚੋਂ ਜਿਹੜੀ ਹੀਟ ਅਸੀਂ ਕੱਢਦੇ ਆ ਉਹਨੂੰ ਅਸੀਂ Q1 ਕਹਿੰਦੇ ਆ। ਮਤਲਬ ਸੋਰਸ ਦੇ ਵਿੱਚੋਂ ਜਿਹੜੀ ਹੀਟ ਲਵਾਂਗੇ, ਠੀਕ ਹੈ ਜੀ, ਉਹ ਮੇਰਾ Q1 ਆ ਗਿਆ। Q1 ਤੁਸੀਂ ਕੈਲਰੀ ਚ ਲਾਸਟ ਕੱਢ ਦਿਓ। ਉਹਨੇ ਕਿਹਾ Q1 ਕਿੰਨਾ ਕੱਢਾਂ ਕਿ ਵੀ ਆਪਣਾ ਯੂਜ਼ਫੁਲ ਵਰਕ ਜਿਹੜਾ ਵਾ, ਯਾਨੀ ਮਕੈਨੀਕਲ ਵਰਕ ਜਿਹੜਾ ਵਾ, ਠੀਕ ਹੈ, ਇਹਦੀ ਵੈਲਿਊ 357 ਵਾਟ ਆ ਜਾਏ। ਵਾਟ ਕਿਹਦਾ ਯੂਨਿਟ ਆ? Power. ਪਾਵਰ। ਤੇ ਪਾਵਰ ਦਾ ਫਾਰਮੂਲਾ ਕੀ ਹੁੰਦਾ? work done per time ਵਰਕ ਡਨ ਬਾਈ ਟਾਈਮ। ਠੀਕ ਹੈ, ਜੇ ਮੈਂ ਵਾਟ ਪੜਾ ਤੇ ਵਾਟ ਜਾਊਲ ਪਰ ਸੈਕਿੰਡ ਨੂੰ ਪੜਿਆ ਜਾਂਦਾ। Yes sir Yes. ਬਸ ਖਤਮ ਹੈ ਗੱਲ। ਇਹਦਾ ਮਤਲਬ ਜੇ ਇਹਦੀ ਥਾਂ ਤੇ ਅਸੀਂ ਇਹਨੂੰ ਇਦਾਂ ਪੜ ਲਈਏ 357 ਜੂਲ ਪਰ ਸੈਕਿੰਡ, ਇਹਦਾ ਮਤਲਬ ਆਪਣੇ ਕੁਐਸਚਨ ਚ ਟਾਈਮ ਇਨਵੋਲਵਡ 1 ਸੈਕਿੰਡ ਰੱਖ ਕੇ ਚੱਲਾ ਤੇ 1 ਸੈਕਿੰਡ ਦੇ ਅੰਦਰ ਕਾਰਨੋਟ ਹੀਟ ਇੰਜਨ ਨੇ, ਠੀਕ ਹੈ, ਸੋਰਸ ਦੇ ਕੋਲੋਂ 300 ਜਿਹੜਾ ਮਕੈਨੀਕਲ ਵਰਕ ਕਰਾਇਆ ਉਹ 357 ਜੂਲ ਆ ਜਾਊਗਾ। ਇੰਨੀ ਗੱਲ ਸਮਝ ਲੱਗੀ ਪਹਿਲੋਂ?
Yes, sir. Yes, sir. ਜਿਹੜੀ ਆਪਾਂ ਸੋਰਸ ਦੇ ਕੋਲੋਂ ਹੀਟ ਲਿੱਤੀ ਹੈ ਨਾ, ਉਹ ਆਪਾਂ ਦੇਖਣਾ 1 ਸੈਕਿੰਡ 'ਚ ਆਪਾਂ ਕਿੰਨੀ ਲਿੱਤੀ ਹੈ, ਤੇ ਉਹਦੇ ਵਿੱਚ 1 ਸੈਕਿੰਡ ਦੇ ਅੰਦਰ 357 ਜੂਲ ਜਿਹੜਾ ਵਾ ਹਨਾ, ਇੰਨਾ ਮੇਰਾ ਮਕੈਨੀਕਲ ਵਰਕ ਹੋ ਗਿਆ। ਤੇ ਹੁਣ ਇਹਨਾਂ 4 ਵੇਰੀਏਬਲ ਨੂੰ ਲਿੰਕ ਕਰਨਾ, ਕਿਹੜੇ ਫਾਰਮੂਲੇ ਦੇ ਥਰੂ ਲਿੰਕ ਕਰ ਦਈਏ? ਫਾਰਮੂਲਾ ਬੋਲੋ ਜਲਦੀ ਜਲਦੀ ਕੋਈ। ਐਫੀਸ਼ੀਐਂਸੀ ਦਾ ਕੋਈ ਫਾਰਮੂਲਾ ਸੋਚ ਲਓ। ਐਫੀਸ਼ੀਐਂਸੀ ਕੀ ਹੁੰਦੀ ਹੈ ਪੁੱਤ? 1 work minus done by ਤੇ ਫਿਰ W ਬਾਈ ਕੀ ਲਿਖੀਦਾ? Q1. Q1. Q1। ਤੇ ਦੂਜੇ ਪਾਸੇ T1 T2 ਹੈਗਾ, ਤੇ ਜੇ T1 T2 ਹੈਗਾ ਤੇ ਐਫੀਸ਼ੀਐਂਸੀ ਦਾ ਇੱਕ ਆ ਵੀ ਤਾਂ ਫਾਰਮੂਲਾ ਲੱਗ ਸਕਦਾ। ਦੋਨੋਂ ਐਫੀਸ਼ੀਐਂਸੀ ਦੇ ਫਾਰਮੂਲੇ ਹੈ ਨਾ। Yes, sir. ਤੇ ਜੇ ਦੋਨੋਂ ਪੁੱਤ Yes, sir. ਦੇ ਫਾਰਮੂਲੇ ਆ, ਜੇ ਦੋਨਾਂ ਨੂੰ ਆਪਾਂ ਇਕੁਏਟ ਕਰ ਲਈਏ ਤੇ ਇਕੁਏਟ ਕਰਕੇ ਇਥੋਂ ਵਰਕ ਆਪਾਂ ਜਿਹੜਾ Q1 ਕੱਢਣਾ ਵਾ ਨਾ, ਇਹ ਨਾਲ ਇਥੋਂ Q1 ਵਾਸਤੇ ਫਾਰਮੂਲਾ ਬਣਾ ਲਓ। ਆਪਣੇ ਕੋਲ Q1 ਦਾ ਫਾਰਮੂਲਾ ਕੀ ਬਣ ਜਾਊਗਾ? ਵਰਕ ਓਵਰ 1 ਮਾਈਨਸ T2 ਬਾਈ T1 ਇਕੁਅਲ ਟੂ Q1 ਆ ਜਾਓ। Yes, sir. ਫਿਰ ਹੋ ਗਿਆ ਆਪਣੇ ਕੋਲ। ਜੇ ਹੁਣ ਇਸ ਪੋਰਸ਼ਨ ਦੇ ਅੰਦਰ ਉਹ ਐਸਐਚ ਚੈੱਕ ਕਰੋ, ਮਕੈਨੀਕਲ ਵਰਕ ਵੀ ਗਿਵਨ ਆ, T2 ਵੀ ਗਿਵਨ ਆ, T1 ਵੀ ਗਿਵਨ ਆ, ਤੇ Q1 ਆ ਜਾਏਗਾ। ਹੋ ਜੂ ਕੈਲਕੂਲੇਟ। Yes, sir. Yes, sir. ਉਹ ਚੀਜ਼ ਦਾ ਧਿਆਨ ਰੱਖਿਓ, ਇਥੋਂ Q1 ਜਾਊਲ ਚ ਆਣਾ, ਠੀਕ ਹੈ ਨਾ, ਕਿਉਂਕਿ ਸਾਰੇ ਆਪਣੇ ਐਸਆਈ ਯੂਨਿਟ ਯੂਜ਼ ਹੋਏ ਆ। ਇਹਦਾ ਮਤਲਬ ਹੀਟ એનર્ਜੀ ਮੇਰੀ ਜਾਊਲ ਚ ਆਏਗੀ। ਜਾਊਲ ਤੋਂ ਅਸੀਂ ਇਹਨੂੰ ਲਾਸਟ ਆ ਕੇ ਕਿਸ ਚ ਕਨਵਰਟ ਕਰ ਦੇਣਾ? Calorie. Calorie. ਸੋ ਲਾਸਟ ਸਟੈਪ ਕੈਲਰੀ ਚ ਕਨਵਰਟ ਕਰਨ ਦਾ ਹੋਏਗਾ, ਠੀਕ ਹੈ ਜੀ। ਉਹ ਇਸ ਤੋਂ ਬਾਅਦ ਪਰਫਾਰਮ ਕਰ ਦੋ, ਜਾਂ ਇੱਥੇ ਵੀ ਜੇ ਕਰਨਾ ਤੇ ਆਪਣੇ ਕੋਲ ਕਨਵਰਜਨ ਹੁੰਦੀ 1 ਕੈਲਰੀ 4.2 ਜਾਊਲ ਆ, ਠੀਕ ਹੈ ਨਾ। ਤੇ ਇਹਦਾ ਮਤਲਬ ਆ ਆਪਣੇ ਕੋਲ ਜਿਹੜੇ ਇੱਥੋਂ ਜਾਊਲ ਬਣਦੇ ਪਏ ਕੈਲਰੀ ਬਣਾਣੇ ਆ, ਤੇ ਇਹਦਾ ਮਤਲਬ ਇਹਨੂੰ ਐਸਐਚ 4.2 ਨਾਲ ਹੋਰ ਡਿਵਾਈਡ ਕਰਾ ਕੇ ਰੱਖ ਲਓ, ਠੀਕ ਹੈ ਨਾ। ਆ ਚੀਜ਼ ਨਾਲ ਹੀ ਇਹਦੇ ਕਰ ਦਿਓ ਇਕੁਅਲ ਟੂ Q1, ਤੇ ਆ ਮੇਰੇ ਕੋਲ ਐਸਐਚ ਆਨਸਰ ਸਿੱਧਾ ਮੇਰਾ ਜਿਹੜਾ ਕੈਲਰੀ ਚ ਆ ਜਾਏਗਾ। क्या हो जू न्यूमेरिकल? Yes, sir. Yes, sir. क्लियर अब बच्चे सारे नु? Yes, sir. चलो Yes, sir. नेक्स्ट 21st जेड़ा, ठीक है जी, रेफ्रिजरेटर दा शुरू होना, ठीक है। एक बार स्टेटमेंट पढ़ लो ते मैं ਇਹਦੀ फोटो क्लिक कर दा। Q2 by work done. हाँ जी बिल्कुल, Q2 by work done। ਉਹਦੇ ਧਿਆਨ ਰੱਖਿਓ ਵੇਰੀਏਬਲ ਪੁੱਠੇ ਹੋ ਜਾਣੇ ਆ, ਠੀਕ ਹੈ ਜੀ। ਲਿਖਣ ਲੱਗੇ ਗਲਤੀ ਨਾ ਕਰ ਲਿਓ। ਉਹਨੇ ਆਪਣੇ ਕੁਐਸਚਨ 'ਚ ਕਿਹਾ 21st ਦੇ ਅੰਦਰ a refrigerator has to transfer an average of, मैं जल्दी लिख करी ਉਹਦੀ ਬਲੌਕ ਡਾਇਗਰਾਮ ਦੱਸ ਰਿਹਾ, ਦਿਮਾਗ 'ਚ ਰੱਖ ਲਿਓ। ਸਿੰਕ ਸੀਗਾ T2 ਟੈਂਪਰੇਚਰ ਤੇ, ਇਹਦੇ ਚੋਂ ਹੀਟ ਕੱਢੀ ਸੀ ਆਪਾਂ Q2, ਠੀਕ ਹੈ। ਔਰ ਇੱਥੇ ਤੁਹਾਡਾ ਵਰਕਿੰਗ ਸਬਸਟੈਂਸ ਆ ਗਿਆ। ਮੋਟਰ ਇਹਦੇ ਉੱਤੇ ਵਰਕ ਪਰਫਾਰਮ ਕਰਦੀ ਆ। ਮੋਟਰ ਦੀ ਵੇਸਟ ਹੀਟ ਤੇ ਜਿਹੜੀ ਰੈਫ੍ਰਿਜਰੇਟਰ ਚੋਂ ਕੱਢੀ ਹੋਈ ਹੀਟ ਆ, ਟੋਟਲ ਬਣ ਜਾਂਦੀ Q1, ਠੀਕ ਹੈ। ਤੇ ਅਸੀਂ ਕਹਿੰਦੇ ਜੀ ਇੰਨੀ ਹੀਟ ਮੇਰੇ ਕੋਲ ਜਿਹੜੀ ਆ ਉਹ ਸੋਰਸ ਨੂੰ ਜਿਹੜੀ ਆ ਉਹ ਐਸਐਚ ਟ੍ਰਾਂਸਫਰ ਕਰਦੇ ਆ। ਕੀ ਆ ਕਲੀਅਰ ਹੈ ਜਲਦੀ ਜਲਦੀ? Yes, sir. ਚਲੋ ਇਹਦੇ ਅੰਦਰ ਅਸੀਂ ਦੋ ਫਾਰਮੂਲੇ ਕੀਤੇ ਸੀਗੇ। ਬੀਟਾ ਦਾ ਫਾਰਮੂਲਾ ਇੱਕ ਆਪਣੇ ਕੋਲ ਆਇਆ ਸੀਗਾ, ਆਊਟਪੁੱਟ ਆਪਣੀ Q2 ਆ, ਜਿਹੜੀ ਹੀਟ એનર્ਜੀ ਆਪਾਂ ਸਿੰਕ ਚੋਂ ਕੱਢਦੇ ਪਏ ਆ, ਔਰ W ਮੇਰਾ ਮਕੈਨੀਕਲ ਵਰਕ ਡਨ ਆ, ਇਹ ਮੇਰੀ ਇਨਪੁਟ ਆ, ਜਿੰਨਾ ਅਸੀਂ ਮਕੈਨੀਕਲ ਵਰਕ ਜਿਹੜਾ ਵਾ ਉਹ ਅਸੀਂ ਪਰਫਾਰਮ ਕੀਤਾ। ਔਰ ਦੂਜੇ ਪਾਸੇ ਇਹਦਾ ਫਾਰਮੂਲਾ ਬਣ ਗਿਆ Q2 ਓਵਰ Q1 ਮਾਈਨਸ Q2, ਠੀਕ ਹੈ। ਤੇ ਟੈਂਪਰੇਚਰ ਦੀ ਫਾਰਮ ਚ ਆ ਗਿਆ ਸੀ T2 ਓਵਰ T1 ਮਾਈਨਸ T2। क्या फॉर्मूले दे वेरिएबल क्लियर ने सारियां नु? Yes, sir. Yes, sir. ओ समीर शर्मा जी, समीर शर्मा जी हाँ जी सर। बोल क्या करे यार? नहीं बोल रहे हैं सर, बोल रहे हैं। चलो इस मोमेंट पे जे ਆਪਾਂ ਇਹਨੂੰ ਲੈ ਕੇ ਚਲੀਏ, ਆਪਣੇ ਕੁਐਸਚਨ ਚ ਕੀ ਗਿਵਨ ਆ ਬੇਟਾ? ਉਹਨੇ ਕਿਹਾ ਰੈਫ੍ਰਿਜਰੇਟਰ ਹੈਜ਼ ਟੂ ਟ੍ਰਾਂਸਫਰ ਐਨ ਐਵਰੇਜ ਆਫ 263 joule of heat per second from the temperature -10 degree Celsius to 25 degree Celsius।
ਉਹਨੇ ਪੁੱਤ ਆਪਾਂ ਨੇ ਕਿਹਾ -10 ਡਿਗਰੀ ਸੈਲਸੀਅਸ ਵਾਲੇ ਏਰੀਆ ਦੇ ਵਿੱਚੋਂ ਅਸੀਂ ਹੀਟ એનર્ਜੀ ਜਿਹੜੀ ਆ 263 ਜਾਊਲ ਹੀਟ ਕੱਢਦੇ ਪਏ ਹਰ 1 ਸੈਕਿੰਡ ਦੇ ਅੰਦਰ। ਯਾਨੀ ਜਿਹੜੀ ਹੀਟ ਤੁਸੀਂ ਕੱਢਦੇ ਪਏ ਹੋ ਉਹ ਸਿੰਕ ਚੋਂ ਕੱਢਦੇ ਹੋ। ਇਹਦਾ ਮਤਲਬ ਸਿੰਕ ਲੋ ਟੈਂਪਰੇਚਰ ਰੀਜਨ ਆ, ਯਾਨੀ ਜਿਹੜਾ -10 ਡਿਗਰੀ ਵਾਲਾ ਟੈਂਪਰੇਚਰ ਆ, ਜਿਹੜਾ -10 ਡਿਗਰੀ ਵਾਲਾ ਟੈਂਪਰੇਚਰ ਆ, ਇਹ ਮੇਰੇ ਕੋਲ ਐਸਐਚ ਸਿੰਕ ਦਾ ਟੈਂਪਰੇਚਰ ਆ ਜਾਓ। Yes, sir. ਬੱਚੇ ਵੇਰੀਏਬਲ ਲਿਖਣ ਦੇ ਵਿੱਚ ਪੁੱਠੇ ਹੋਣੇ ਆ, ਉਹ ਧਿਆਨ ਰੱਖ ਕੇ ਚੱਲ ਪਿਓ। ਇਸ ਵੇਲੇ ਹੀਟ ਅਸੀਂ ਸੋਰਸ ਤੋਂ ਨਹੀਂ ਲੈ ਰਹੇ, ਹੁਣ ਹੀਟ ਅਸੀਂ ਸਿੰਕ ਤੋਂ ਲੈ ਰਹੇ ਆ। ਤੇ ਜਦੋਂ ਸਿੰਕ ਦੇ ਕੋਲੋਂ ਅਸੀਂ ਹੀਟ ਲੈਂਦੇ ਆ, ਉਹ ਮੇਰੇ ਕੋਲ ਐਸਐਚ ਲੋ ਟੈਂਪਰੇਚਰ ਤੇ ਆ, ਇਸ ਲਈ ਸਿੰਕ ਦਾ ਟੈਂਪਰੇਚਰ -10 ਡਿਗਰੀ ਸੈਲਸੀਅਸ ਆ। ਠੀਕ ਹੈ, -10 + 273 ਯਾਨੀ 263 ਕੈਲਵਿਨ ਸਿੰਕ ਦਾ ਟੈਂਪਰੇਚਰ ਆ। ਤੇ ਇਸ ਰੀਜਨ ਦੇ ਵਿੱਚੋਂ ਜਿਹੜੀ ਹੀਟ ਕੱਢੀ ਉਹ Q2 ਆ। ਇਹਦਾ ਮਤਲਬ Q2 ਆਪਣੇ ਕੁਐਸਚਨ ਦੇ ਅੰਦਰ ਗਿਵਨ ਆ, ਕਿੰਨੀ ਹੀਟ ਕੱਢੀ ਸੀ 263 ਜਾਊਲ। ਠੀਕ ਹੈ, ਔਰ ਜਿੱਥੇ ਹੀਟ ਅਸੀਂ ਉਹ ਕਹਿੰਦਾ ਜੀ ਐਸਐਚ ਸੁੱਟੀ ਆ ਉਸ ਏਰੀਆ ਦਾ ਟੈਂਪਰੇਚਰ 25 ਡਿਗਰੀ ਆ। ਤੇ ਜਿੱਥੇ ਅਸੀਂ ਹੀਟ ਥਰੋ ਕਰਦੇ ਸਾਰੀ ਹਨਾ, ਉਹ ਸੋਰਸ ਆ, ਸੋਰਸ ਨੂੰ ਐਸਐਚ ਟੈਂਪਰੇਚਰ T1 ਨਾਲ ਡਿਫਾਈਨ ਕਰਦੇ, ਯਾਨੀ T1 ਆਪਣੇ ਕੁਐਸਚਨ ਦੇ ਅਕੋਰਡਿੰਗਲੀ 25 ਡਿਗਰੀ ਸੈਲਸੀਅਸ। ਠੀਕ ਹੈ, ਤੇ 25 ਡਿਗਰੀ ਦਾ ਬਣ ਗਿਆ 298 ਕੈਲਵਿਨ। क्या वेरिएबल क्लियर है तीनों दे तिन्ने? Yes, Yes, sir. चलो ਉਹਨੇ ਪੁੱਛਿਆ ਬੇਟਾ ਆਪਣੇ ਕੋਲ ਕੈਲਕੂਲੇਟ ਦਾ ਐਵਰੇਜ ਪਾਵਰ ਕੰਜ਼ਿਊਮਡ ਅਸਿਊਮਿੰਗ ਨੋ એનર્ਜੀ ਲਾਸਸ, ਯਾਨੀ ਆਈਡੀਅਲ ਆਪਣਾ ਪੰਪ ਹੈਗਾ ਵਾ ਤੇ એનર્ਜੀ ਲਾਸ ਕੋਈ ਨਹੀਂ ਹੋਇਆ, ਇਸ ਲਈ ਉਹਨੇ ਪੁੱਛਿਆ ਕਿ ਵੀ ਤੁਹਾਡੇ ਕੋਲ ਐਸਐਚ ਐਵਰੇਜ ਪਾਵਰ ਕੰਜ਼ਿਊਮ ਕਿੰਨੀ, ਪਾਵਰ ਕਿੱਦਾਂ ਕੱਢਣਾ? तो पहले वर्क डन ਕੱਢਾਂਗੇ। ਬਿਲਕੁਲ, ਤੁਸੀਂ ਵਰਕ ਡਨ ਕੱਢ ਦੋ, ਉਹੀ ਪਾਵਰ ਆ। ਕਿਉਂ? ਕਿਉਂਕਿ ਪਾਵਰ ਦਾ ਉਹਨੇ ਕੈਲਕੂਲੇਟ ਕਰਨ ਨੂੰ ਕਹੀ, ਤੇ ਪਾਵਰ ਦਾ ਫਾਰਮੂਲਾ ਕੀ ਹੁੰਦਾ ਜੀ? work by time. Work by time. ਵਰਕ ਬਾय ਟਾਈਮ। ਤੇ ਜੇ ਪਾਵਰ ਵਰਕ ਬਾय ਟਾਈਮ ਆ, ਆਪਣੇ ਕੁਐਸਚਨ ਦੇ ਅੰਦਰ ਉਹਨੇ ਕਿਹਾ 263 ਜੂਲ ਆਫ ਹੀਟ ਪਰ ਸੈਕਿੰਡ ਨਿਕਲਦੀ ਪਈ ਆ। ਇਹਦਾ ਮਤਲਬ ਟਾਈਮ ਦੀ ਵੈਲਿਊ 1 ਸੈਕਿੰਡ ਡਿਫਾਈਨ ਕਰ ਰਿਹਾ। Yes, ਇਹਦਾ ਮਤਲਬ ਜੇ ਟਾਈਮ ਮੇਰਾ 1 ਸੈਕਿੰਡ ਆ ਗਿਆ ਤੇ ਇਹਦਾ ਮਤਲਬ ਆਪਣੇ ਕੋਲ ਫਿਰ ਪਾਵਰ ਤੇ ਵਰਕ ਡਨ ਸੇਮ ਹੀ ਰਹਿ ਗਏ। यस सर। yes, ਇਹਦਾ ਮਤਲਬ ਜੇ ਕੁਐਸਚਨ ਦੇ ਅੰਦਰ ਆਪਾਂ ਵਰਕ ਲੱਭ ਦਈਏ, ਵਰਕ ਆ ਗਿਆ, ਉਹੀ ਆਪਣਾ ਆਨਸਰ ਪਾਵਰ ਲਈ ਬਣ ਜਾਣਾ। ਹੁਣ ਵਰਕ ਕੈਲਕੂਲੇਟ ਕਰਨ ਲਈ T1 ਗਿਵਨ ਆ, T2 ਗਿਵਨ ਆ, Q2 ਗਿਵਨ ਆ, ਤੇ ਜੇ ਮੈਂ ਇੱਥੋਂ ਚੱਲਾਂ, ਇੱਕ ਪਾਸੇ ਆ ਬੀਟਾ ਦਾ ਫਾਰਮੂਲਾ ਕੋਐਫੀਸ਼ੀਐਂਟ ਆਫ ਪਰਫਾਰਮੈਂਸ ਦਾ, ਇੱਕ ਪਾਸੇ ਆ ਮੇਰਾ ਫਾਰਮੂਲਾ, ਤੇ ਜੇ ਦੋਨੋਂ ਫਾਰਮੂਲਾ ਇਕੁਏਟ ਕਰ ਦੋ ਆਪਣਾ W ਆ ਜਾਏਗਾ। ਇੱਥੇ ਉਹਨੂੰ ਡਿਫਾਈਨ ਕਰ ਲਓ, we know that Q2 by W it should be equal to T2 over T1 minus T2। ਉਹ ਤਾਂ ਮੇਨ ਫਰਕ ਕਿੱਥੇ ਪੈਣਾ, ਜਦੋਂ ਤੁਸੀਂ ਕਰਨਾ ਤੇ ਆਹ ਚੀਜ਼ ਉੱਪਰ ਨਹੀਂ ਹੋਣੀ ਹੈ ਨਾ, ਇਹਨੂੰ ਸੋਚ ਕੇ ਲਿਖਣਾ। ਇਸ ਲਈ ਫਾਰਮੂਲੇ ਰਿਕਾਲ ਕਰਨੇ ਜਾਂ ਫਾਰਮੂਲੇ ਰਿਕਾਲ ਉਸ ਮੂਮੈਂਟ ਤੇ ਕਰਨਾ ਤੁਹਾਨੂੰ ਬਹੁਤ ਜ਼ਰੂਰੀ ਹੈ। ਇਸ ਲਈ ਫਾਰਮੂਲੇ ਜ਼ਰੂਰ ਯਾਦ ਕਰੋ, ਫਾਰਮੂਲੇ ਨਾ ਛੱਡੋ। ਫਾਰਮੂਲਾ ਆਉਂਦਾ ਤਾਂ ਨੂਮੈਰੀਕਲ ਅਟੈਂਪਟ ਹੋ ਜਾਂਦਾ। ਇੰਨੀ ਗੱਲ ਸਮਝ ਲੱਗੀ ਬੱਚੇ? Yes, Yes, sir. yes, sir. Yes, sir. तो इतो जे वर्क कैलकुलेट करिए अपना बन गया जी Q2 into T1 minus T2 over T2। ਤੇ ਆ ਫਾਰਮੂਲੇ ਦੇ ਅੰਦਰ ਤਿੰਨ ਵੇਰੀਏਬਲ ਚਾਹੀਦੇ ਆ, Q2 ਚਾਹੀਦਾ ਗਿਵਨ ਆ, T1 ਤੇ T2 ਚਾਹੀਦਾ, ਦੋਨੇ ਗਿਵਨ ਹੈਗੇ ਆ। ਇਹ ਚ ਵੈਲਿਊ ਪੁੱਟ ਅਪ ਕਰ ਲਈਏ ਤਾਂ ਆਪਣਾ ਮਕੈਨੀਕਲ ਵਰਕ ਆ ਗਿਆ, ਤੇ ਉਹੀ ਵਰਕ ਸਾਡਾ ਜਿਹੜਾ ਵਾ ਉਹ ਐਸਐਚ ਪਾਵਰ ਡਿਫਾਈਨਡ ਹੋ ਜਾਏਗਾ, ਹੋ ਜਾਊਗਾ ਨੂਮੈਰੀਕਲ। Yes, sir. Yes, sir. Yes, sir. चल नेक्स्ट न्यूमेरिकल 22nd स्टेटमेंट पढ़ो एक बारी, मैं पहले पूछनी है होनी जल्दी जल्दी। ट्वेंटी सेकंड दी स्टेटमेंट जल्दी पढ़ो, तो जिदा नाम लेना उन्हें बोलना ही। आ दो जाने ने हुण जाके ज्वाइन किया वा ते मैं तो कुट पै जानी आ जिन्हें नींद नहीं खुली। हाँ जी की गिवन है जी स्टेटमेंट? दीक्षा दीक्षा
दीक्षा आवाज आ रही बेटे? दिलप्रीत, दिलप्रीत। अच्छा, ਜਦੋਂ ਪੁੱਛਣਾ ਹੁੰਦਾ ਨਾ ਉਦੋਂ ਆਫ ਹੀ ਹੋ ਜਾਂਦੇ ਕਈ ਵਾਰੀ। ਓਏ ਪੁੱਤ ਬੋਲੋ ਤਾਂ ਸਹੀ। ਨਹੀਂ ਆਂਦੀ ਸਟੇਟਮੈਂਟ ਦੱਸ ਦਿਓ ਕਿ ਸਰ ਨਹੀਂ ਸਮਝ ਲੱਗੀ ਤਾਂ ਆਪਾਂ ਕਿਸੇ ਹੋਰ ਤੋਂ ਪੁੱਛ ਲੈਂਦੇ ਆ। ਕੀ ਕਿ ਮੈਨੇ ਬੋਲੋ ਕੋਈ ਜਣਾ बेटा। सर 2 रेफ्रिजरेटर चल साजन बोल। ਸਰ 2 ਰੈਫਰੀਜਰੇਟਰ ਦਿੱਤੇ ਆ, ਉਹਨਾਂ ਨੇ -10 ਡਿਗਰੀ, ਇੱਕ ਜਿਹੜਾ A ਆ ਉਹਨੇ -10 ਡਿਗਰੀ ਤੋਂ ਲੈ ਕੇ 27 ਡਿਗਰੀ ਤੱਕ ਵਰਕ ਕੀਤਾ ਵਾ, 2000 ਜੂਲ ਦੀ ਹੀਟ ਕੱਢੀ ਆ। ਤੇ ਜਿਹੜਾ B ਆ ਉਹਨੇ -27 ਡਿਗਰੀ ਤੋਂ ਲੈ ਕੇ 17 ਡਿਗਰੀ ਤੱਕ ਹੀਟ ਕੱਢੀ ਹੈ 2000 ਜੂਲ ਦੀ। ਤੇ ਕਿਹੜਾ ਜ਼ਿਆਦਾ ਬੈਟਰ ਹੈ ਉਹਨਾਂ ਦੋਨਾਂ ਚ? ਹੁਣ ਕਿੱਦਾਂ ਕਰਾਂਗੇ ਬੇਟਾ? ਕੀ ਫਾਈਂਡ ਆਊਟ ਕਰੀਏ ਤਾਂ ਆਪਾਂ ਨੂੰ ਪਤਾ ਲੱਗ ਜੂ ਬੈਟਰ ਕਿਹੜਾ। ਸਰ ਨਹੀਂ ਪਤਾ। ਆਪਾਂ ਜਿਹੜਾ ਵੇਰੀਏਬਲ ਬੀਟਾ ਕਹਿੰਦੇ ਆ, ਬੀਟਾ ਕੀ ਚੀਜ਼ ਆ? ਸਰ ਨਹੀਂ ਪਤਾ। Coefficient of performance. Coefficient of performance. Coefficient of performance. ਨਹੀਂ ਪਤਾ ਨਾ ਪੁੱਤ, ਸਰਨਾ ਨਹੀਂ। ਆਪਾਂ ਜੋ ਕਰਦੇ ਪਏ ਆ ਉਹ ਜੇ ਆਪਾਂ ਨੂੰ ਪਤਾ ਹੋਵੇ ਕਿਸੇ ਚੀਜ਼ ਦੀ, ਆਪਾਂ ਦੇਖਣੀ ਕਿ ਵੀ ਉਹ ਕਿੰਨਾ ਕੁ ਵਧੀਆ ਵਾ, ਆਪਾਂ ਉਹਦੀ ਐਫੀਸ਼ੀਐਂਸੀ ਤੋਂ ਮੇਜ਼ਰ ਕਰਦੇ। Yes, sir. ਤੇ ਪੁੱਤ ਇਹਦੇ ਵਿੱਚ ਵੀ ਤੇ ਜੇ ਆਪਾਂ ਐਸਐਚ ਬੀਟਾ ਸਿੰਬਲ ਜਿਹੜਾ ਉੱਪਰ ਫਾਰਮੂਲੇ 'ਚ ਦਿੱਤਾ ਵਾ, ਉਹ ਆਪਾਂ ਬੀਟਾ ਕਿਹਨੂੰ ਕਿਹਾ ਵਾ? ਅਸੀਂ ਕਿਹਾ ਸੀ ਇਹ ਐਸਐਚ ਡਿਫਾਈਨ ਕਰਦਾ ਤੁਹਾਡਾ ਰੈਫਰੀਜਰੇਟਰ ਦੀ ਪਰਫਾਰਮੈਂਸ ਕਿੱਦਾਂ ਦੀ ਹੈਗੀ ਆ, ਜਿਹਨੂੰ ਅਸੀਂ ਨਾਮ ਦਿੱਤਾ ਕੋਐਫੀਸ਼ੀਐਂਟ ਆਫ ਪਰਫਾਰਮੈਂਸ। ਕੋਐਫੀਸ਼ੀਐਂਟ ਆਫ ਪਰਫਾਰਮੈਂਸ ਮੈਂ ਪਹਿਲਾਂ ਵੀ ਕਿਹਾ ਸੀ ਅਸੀਂ ਐਫੀਸ਼ੀਐਂਸੀ ਦਾ ਹੀ ਦੂਜਾ ਨਾਮ ਰੱਖਿਆ ਵਾ। ਇਹਦਾ ਮਤਲਬ ਜੇ ਮੈਂ ਇਹ ਦੇਖਣਾ ਕਿ ਵੀ ਦੋਨੋਂ ਜਿਹੜੇ ਹੀਟ ਇੰਜਨ ਆ ਦੋਨੋਂ ਹੀਟ ਪੰਪ ਜਿਹੜੇ ਨੇ, ਇੱਕ -10 to 27 ਦੀ ਰੇਂਜ 'ਚ ਵਰਕ ਕਰਦਾ ਔਰ ਇੱਕ -27 ਤੋਂ 17 ਡਿਗਰੀ ਦੀ ਰੇਂਜ 'ਚ ਵਰਕ ਕਰਦਾ, ਤੇ ਹੀਟ ਬਰਾਬਰ ਦੀ ਕੱਢਦੇ ਪਏ। ਤੇ ਇਹਦਾ ਮਤਲਬ ਦੋਨਾਂ ਇੰਜਨ ਦੇ ਵਿੱਚੋਂ ਕਿਹੜਾ, ਦੋਨਾਂ ਹੀਟ ਪੰਪ ਦੇ ਵਿੱਚੋਂ ਮੇਰੇ ਕੋਲ ਕਿਹੜਾ ਬੈਟਰ ਹੋਊਗਾ? ਇਹ ਮਤਲਬ ਦੋਨਾਂ ਦੀ ਪਰਫਾਰਮੈਂਸ ਚੈੱਕ ਕਰਨੀ ਆ, ਤੇ ਦੋਨਾਂ ਦੀ ਪਰਫਾਰਮੈਂਸ ਲਈ ਦੋਨਾਂ ਦਾ ਬੀਟਾ ਕੱਢ ਲਓ। ਜਿਹਦਾ ਬੀਟਾ ਜ਼ਿਆਦਾ, ਇਹਦਾ ਮਤਲਬ ਉਹ ਮੇਰੇ ਕੋਲ ਬੈਟਰ ਪਰਫਾਰਮ ਕਰਦਾ ਪਿਆ। ਤੇ ਬੀਟਾ ਕੈਲਕੂਲੇਟ ਕਰਨ ਲਈ ਗਿਵਨ ਕੀ ਆਪਣੇ ਕੋਲ ਵੇਰੀਏਬਲ ਉਹ ਡਿਫਾਈਨ ਕਰੋ। ਇੱਕ ਰੈਫਰੀਜਰੇਟਰ ਦੀ ਟੈਂਪਰੇਚਰ ਰੇਂਜ -10 ਤੇ 27 ਆ। -10 ਕਿਹੜਾ ਟੈਂਪਰੇਚਰ ਹੋਇਆ? T2. T2. T2, ਕਿਉਂਕਿ ਹਮੇਸ਼ਾ ਲੋਅਰ ਟੈਂਪਰੇਚਰ ਆਪਣੇ ਕੋਲ ਜਿਹੜਾ ਵਾ ਉਹ T2 ਬਣਨਾ। -10 ਆ ਗਿਆ, -10 ਦਾ ਮਤਲਬ ਆਪਣੇ ਕੋਲ 263 ਕੈਲਵਿਨ ਆ ਗਿਆ, ਠੀਕ ਹੈ। ਔਰ ਇਸੇ ਵੇਲੇ ਇਸੇ ਦਾ ਸੋਰਸ ਟੈਂਪਰੇਚਰ ਜਿਹੜਾ ਵਾ ਉਹ ਆਪਣੇ ਕੋਲ ਗਿਵਨ ਆ ਕਿੰਨਾ ਜੀ? 27 ਡਿਗਰੀ ਸੈਲਸੀਅਸ, ਤੇ 27 ਆ ਗਿਆ ਮੇਰੇ ਕੋਲ 300 ਕੈਲਵਿਨ। ਇਹਦਾ ਮਤਲਬ ਆ ਦੋ ਟੈਂਪਰੇਚਰ ਵੈਲਿਊਜ਼ ਦੇ ਨਾਲ ਆਪਾਂ ਇਹਦਾ ਬੀਟਾ 1 ਕੱਢ ਦਾਂਗੇ। ਕਲੀਅਰ ਆ? Yes. Yes, sir. ਫਿਰ ਆਪਣੇ ਕੋਲ ਦੁਬਾਰਾ ਦੂਜੀ ਵਾਲੀ T2 ਡੈਸ਼ ਲਿਖ ਲਓ। T2 ਡੈਸ਼ ਆਪਣੇ ਕੋਲ ਗਿਵਨ ਆ ਕਿੰਨਾ ਜੀ? -27 ਡਿਗਰੀ ਸੈਲਸੀਅਸ, ਠੀਕ ਹੈ। ਔਰ T1 ਡੈਸ਼ ਆਪਣੇ ਕੋਲ ਗਿਵਨ ਆ ਕਿੰਨਾ ਜੀ? 17 ਡਿਗਰੀ ਸੈਲਸੀਅਸ। ਦੋਨਾਂ ਦੀ ਵੈਲਿਊ ਬਣਾ ਲਓ। -27 ਕਿੰਨਾ ਬਣ ਗਿਆ? 246. 246 ਕੈਲਵਿਨ, ਤੇ 17 ਆਪਣੇ ਕੋਲ ਬਣ ਗਿਆ ਜੀ ਜਿਹੜਾ 290 ਕੈਲਵਿਨ, ਠੀਕ ਹੈ। ਇਹਦਾ ਮਤਲਬ ਇਹਦੇ ਨਾਲ ਬੀਟਾ 2 ਕੱਢ ਲਾਂਗੇ, ਤੇ ਬੀਟਾ 1 ਬੀਟਾ 2 ਨੂੰ ਦੇਖ ਕੇ ਆਪਾਂ ਡਿਫਾਈਨ ਕਰ ਸਕਦੇ ਹਾਂ ਕਿ ਵਿਚ ਹੀਟ ਇੰਜਨ ਇਜ਼ ਟੂ ਬੀ ਬੈਟਰ। ਔਰ ਦੋਨਾਂ ਨੇ ਜਿਹੜੀ ਹੀਟ એનર્ਜੀ ਕੱਢੀ ਆ ਉਹ ਸੇਮ ਆ। ਜਿਹੜੀ ਹੀਟ ਅਸੀਂ ਐਸਐਚ ਕੱਢਦੇ ਉਹ ਸਿੰਕ ਚੋਂ ਕੱਢਦੇ ਹਰ ਵਾਰੀ, ਸਿੰਕ ਦੀ ਹੀਟ Q2 ਆ, ਤੇ ਹੀਟ ਅਸੀਂ ਦੋਨਾਂ ਵਾਰੀ ਕੱਢੀ ਹੈ ਜੀ ਕਹਿੰਦਾ ਜੀ 2000 ਜਾਊ, ਠੀਕ ਆ। ਸੇਮ ਹੀਟ ਕੱਢਣ ਵਾਸਤੇ ਕਿਆ ਆ ਮੇਰੇ ਕੋਲ ਬੈਟਰ ਰੈਫਰੀਜਰੇਟਰ ਜਾਂ ਆ ਵਾਲਾ, ਉਹ ਅਸੀਂ ਬੀਟਾ 1 ਬੀਟਾ 2 ਕੱਢ ਕੇ ਦੱਸ ਸਕਦੇ ਹਾਂ। ਹੋ ਜੂ ਇਹ ਨੂਮੈਰੀਕਲ? Yes, sir. Yes, sir. Yes, sir. ਚਲੋ 23rd 24th ਤੇ 25th ਤਿੰਨ ਨੂਮੈਰੀਕਲ ਤੁਹਾਨੂੰ ਦੇ ਰਿਹਾ ਕੰਮ ਵਾਸਤੇ, ਠੀਕ ਹੈ ਜੀ। ਇਹ ਟਰਾਈ ਕਰੋਗੇ, ਠੀਕ ਹੈ ਬੱਚੇ? Okay, sir. Okay, sir. Okay, sir. ਮੈਂ ਅੱਜ ਪਾ ਦਾਂਗਾ, ਠੀਕ ਹੈ। ਆਨਸਰ ਅੱਜ ਕਨਫਰਮ ਮੈਂ ਪਾ ਦਾਂਗਾ।